गुड मॉर्निंग स्टूडेंट्स। बच्चे अज जो टॉपिक डिस्कस करन जा रहे हैं दैट इज़ प्रनाउन। प्रनाउन जिहड़े हुंदे आ, प्रनाउन नूं आपां पंजाबी विच पड़नाव कहने आ। ठीक है, पड़नाव की हुंदे आ जिहड़े नाव दी जगह ते वरते जांदे आ। उस तरीके नाल प्रनाउंस की हुंदे आ, प्रनाउंस आर दोज वर्ड्स दैट आर यूज्ड इन प्लेस ऑफ अ नाउन। ठीक है, उस तरीके नाल कि जिहड़े प्रनाउन जिहड़े हुंदे आ ओह नाउन दी जगह ते वरते जाण वाले कुछ वर्ड्स हुंदे आ। स्टूडेंट्स आवाज आ रही है? मैम यस। अगर आवाज कटेगी तो मैंने बोल दो, मैं रिपीट कर दांगी। ठीक है, हुण इनू अंडरस्टैंड करन दे लई इन्हां ने कुछ एग्जाम्पल दित्ती हुई आ। उहदे विच क्या उन्हां ने रंग राजन मेट सुनंदा इन द मार्केट। रंग राजन इनवाइटेड सुनंदा टू हिज हाउस। सुनंदा एग्रीड। रंग राजन थैंक्ड सुनंदा फॉर दिस। ਹੁਣ ਇਸ ਸੈਂਟੈਂਸ ਦੇ ਵਿੱਚ ਜਾਂ ਇਸ ਟੈਕਸਟ ਦੇ ਵਿੱਚ ਔਕਵਰਡਨੈਸ ਕੀ ਸੀਗੀ ਕਿ ਮੈਂ ਬਾਰ-ਬਾਰ ਇਹਨਾਂ ਦੋਵਾਂ ਦੇ ਨਾਮ ਜਿਹੜੇ ਉਹ ਰਿਪੀਟ ਕਰਦੀ ਜਾ ਰਹੀ ਸੀਗੀ। ਠੀਕ ਹੈ, ਇਹਨਾਂ ਹੁੰਦਾ ਕੀ ਆ, ਜਿਹੜਾ ਰੀਡ ਕਰ ਰਿਹਾ ਉਹਨੂੰ ਵੀ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਲਿਸਨਰ ਹੁੰਦਾ, ਜਿਹੜਾ ਸੁਣਨ ਵਾਲਾ ਹੁੰਦਾ ਵਾ, ਉਹਨੂੰ ਵੀ ਸਮਝ ਨਹੀਂ ਆ ਰਹੀ ਹੁੰਦੀ ਕਿ ਬਾਰ-ਬਾਰ ਨਾਮ ਕਿਉਂ ਲਿਆ ਜਾ ਰਿਹਾ, ਕਿਉਂਕਿ ਯੂਜੂਅਲੀ ਜਨਰਲੀ ਆਪਾਂ ਇਹ ਚੀਜ਼ ਜਿਹੜੀ ਆ ਅਪਲਾਈ ਨਹੀਂ ਕਰਦੇ ਇਹ ਰੂਲ ਕਿ ਆਪਾਂ ਕਿਸੇ ਦਾ ਨਾਮ ਬਾਰ-ਬਾਰ ਲਈਏ। ਠੀਕ ਹੈ, met Sunanda in the market. He invited her to his house. She agreed. He thanked her for this. ठीक है, ਹੁਣ ਇੱਥੇ ਕੀ ਪਤਾ ਚੱਲ ਰਿਹਾ ਹੈ ਸਾਨੂੰ ਕਿ ਰੰਗ ਰਾਜਾ ਨੇ ਸੁਨੰਦਾ ਨੂੰ ਮਾਰਕੀਟ ਦੇ ਵਿੱਚ ਮਿਲਿਆ, ਉਸਨੇ ਉਸਨੂੰ ਆਪਣੇ ਘਰ ਬੁਲਾਇਆ, ਉਹ ਮੰਨ ਗਈ। ਠੀਕ ਹੈ, ਤੇ ਉਸਨੇ ਉਸਦਾ ਥੈਂਕਸ ਕੀਤਾ। ਠੀਕ ਹੈ, ਯਾਨੀ ਕਿ ਉਹ ਨਾउन ਦੀ ਜਗ੍ਹਾ ਤੇ ਆਪਾਂ ਉਹਨਾਂ ਦੇ ਪ੍ਰੋਨਾउन ਯੂਜ਼ ਕੀਤੇ। ਠੀਕ ਹੈ, ਸੋ ਇੱਥੇ ਕੁਝ ਵਰਡਸ ਆ ਜਿਵੇਂ ਜਿਹੜਾ ਲਿਖਿਆ ਹੋਇਆ ਆ ਹੀ, ਸ਼ੀ ਤੇ ਹਰ। ਹੁਣ ਕਹਿੰਦੇ ਕਿ ਇਹ ਵਾਲੇ ਜਿਹੜੇ ਆ, ਕਹਿੰਦੇ ਇਹ ਸੈਕਿੰਡ ਸੈਟ ਮਤਲਬ ਇਸ ਜਗ੍ਹਾ ਤੇ ਕਹਿੰਦੇ ਇਹ ਵਰਤੇ ਗਏ ਆ ਤੇ ਕਹਿੰਦੇ ਕਿ ਇਹ ਰੰਗ ਰਾਜਨ ਤੇ ਸੁਨੰਦਾ ਇਹਨਾਂ ਦੋਵਾਂ ਲਈ ਵਰਤੇ ਗਏ। ਕਹਿੰਦੇ ਇਹਨਾਂ ਦੇ ਕੁਝ ਵਰਡਸ ਜਿਹੜੇ ਹੁੰਦੇ ਆ, ਕਹਿੰਦੇ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਪ੍ਰੋਨਾउंस। ਲੈਟ ਅਸ ਕੁਇਕਲੀ ਰਿਵਾਈਜ਼ ਸਮ ਆਫ ਦ ਡਿਫਰੈਂਟ ਕਾਈਂਡਸ ਆਫ ਪ੍ਰੋਨਾउंस ਯੂ ਹੈਵ ਲਰਨਡ। ਹੁਣ ਇਹਦੇ ਵਿੱਚ ਕੀ ਆ, ਪਹਿਲੀ ਜਿਹੜੀ ਟਾਈਪ ਹੈਗੀ ਆ ਪਰਸਨਲ, ਦੈਨ ਪੋਸੈਸਿਵ, ਰਿਫਲੈਕਸਿਵ, ਇੰਫੈਥਿਕ, ਡੈਮੋਨਸਟ੍ਰੇਟਿਵ ਐਂਡ ਰਿਲੇਟਿਵ। ਪ੍ਰੋਨਾउंस ਉਹਨਾਂ ਨੇ ਕਿਹਾ ਕਿਹੜੇ ਕਿਹੜੇ, ਆਈ, ਵੀ, ਹਰ, ਹੀ, ਹਿਮ, ਯੂ, ਵੀ, ਅਸ, ਇਟ, ਦੇ ਐਂਡ ਦੈਮ। ਕਹਿੰਦੇ ਇਹ ਜਿਹੜੇ ਅੰਡਰਲਾਈਨਡ ਜਿਹੜੇ ਪ੍ਰੋਨਾउन ਆ, ਕਹਿੰਦੇ ਕਿ ਇਹ ਪੀਪਲ, ਐਨੀਮਲ ਤੇ ਥਿੰਗਸ ਤਿੰਨਾਂ ਵਾਸਤੇ ਵਰਤੇ ਜਾ ਸਕਦੇ ਆ। ਮਤਲਬ ਇੱਥੇ ਕਹਿਣ ਦਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਹੀ, ਸ਼ੀ ਸਿਰਫ ਜਿਹੜੇ ਆ ਪਰਸਨ ਵਾਸਤੇ ਵਰਤੇ ਜਾਣ, ਉਹ ਐਨੀਮਲਸ ਵਾਸਤੇ ਵੀ ਵਰਤੇ ਜਾ ਸਕਦੇ, ਕਿਉਂਕਿ ਐਨੀਮਲਸ ਦੇ ਵੀ ਤੇ ਵੱਖੋ ਵੱਖਰੇ ਜੈਂਡਰ ਹੁੰਦੇ ਆ ਨਾ। ਜਦੋਂ ਆਪਾਂ ਪੰਜਾਬੀ ਪੜ੍ਹਦੇ ਹਾਂ ਤੇ ਇਸਤਰੀ ਲਿੰਗ ਪੁਲਿੰਗ ਦੇ ਵਿੱਚ ਕਈ ਵਸਤੂਆਂ ਦੇ ਨਾਮ ਵੀ ਆਉਂਦੇ ਆ, ਹੈ ਨਾ। ਜਿੱਦਾਂ ਆਪਾਂ ਕਹਿ ਦਈਏ ਕਿ ਮੰਜੀ ਵਰਡ ਜਿਹੜਾ ਵਾ ਉਹ ਇਸਤਰੀ ਲਿੰਗ 'ਚ ਆਉਂਦਾ ਵਾ, ਜੇ ਆਪਾਂ ਕਹੀਏ ਮੰਜਾ ਉਹ ਆਉਂਦਾ ਪੁਲਿੰਗ ਦੇ ਵਿੱਚ। ਠੀਕ ਹੈ, ਸੋ ਥਿੰਗਸ ਵਾਸਤੇ ਵੀ ਜਿਹੜਾ ਵਾ ਨਾ ਇੱਕ ਜੈਂਡਰ ਕੰਮ 'ਚ ਆਉਂਦਾ ਵਾ ਕਿਸੇ ਨਾ ਕਿਸੇ ਜਗ੍ਹਾ। ਪਿਛਲੇ ਚੈਪਟਰ ਦੇ ਵਿੱਚ ਆਪਾਂ ਇੱਕ ਸੈਂਟੈਂਸ ਪੜ੍ਹਿਆ ਸੀਗਾ, ਇੰਡੀਆ ਇਜ਼ ਅ ਪ੍ਰੋਗਰੈਸਿਵ ਕੰਟਰੀ, ਇਜ਼ਨਟ ਇਟ ਜਾਂ ਇਜ਼ਨਟ ਸ਼ੀ। ਮਤਲਬ ਕਹਿੰਦੇ ਆ ਨਾ, ਸੋ ਇਹ ਇਸਤਰੀ ਲਿੰਗ ਵਿੱਚ ਜਾਂਦਾ ਆ। ਠੀਕ ਹੈ, ਤੇ ਜੇ ਕਲਾ ਭਾਰਤ ਕਿਹਾ ਜਾਵੇ ਉਹ ਪੁਲਿੰਗ ਵਿੱਚ ਜਾਊਗਾ। ਠੀਕ ਹੈ, ਸੋ ਇਸ ਤਰੀਕੇ ਨਾਲ ਇਹ ਪ੍ਰੋਨਾउंस ਜਿਹੜੇ ਆ ਵਰਤੇ ਜਾਂਦੇ ਆ। ਅੱਗੇ ਉਹਨਾਂ ਨੇ ਜਿਹੜੀ ਚੀਜ਼ ਯੂਜ਼ ਕੀਤੀ ਆ, ਅਗਲਾ ਟੌਪਿਕ ਜਿਹੜਾ ਹੈਗਾ ਦੈਟ ਇਜ਼ ਐਗਰੀਮੈਂਟ ਵਿਦ ਦਾ ਨਾउन। ਅਗਰੀਮੈਂਟ ਮੀਨਸ ਕਿ ਨਾउन ਦੇ ਹਿਸਾਬ ਨਾਲ ਵਰਤੇ ਜਾਂਦੇ ਆ ਤੁਹਾਡੇ ਜਿਹੜੇ ਪ੍ਰੋਨਾउंस ਹੁੰਦੇ ਆ, ਜਿਨ੍ਹਾਂ 'ਚ ਪਹਿਲਾ ਪੁਆਇੰਟ ਹੈਗਾ ਆ personal pronouns must agree with the nouns in gender, number and person for which they stand। ਉਹਨਾਂ ਨੇ ਕਿਹਾ, ਕਹਿੰਦੇ ਜਿਹੜੇ ਪਰਸਨਲ ਪ੍ਰੋਨਾउंस ਹੁੰਦੇ ਆ, ਕਹਿੰਦੇ ਕਿ ਉਹ ਨਾਮ ਦਾ ਜਿਹੜਾ ਜੈਂਡਰ ਹੁੰਦਾ ਵਾ, ਜੈਂਡਰ, ਨੰਬਰ ਐਂਡ ਪਰਸਨ, ਕਹਿੰਦੇ ਇਹ ਤਿੰਨਾਂ ਚੀਜ਼ਾਂ ਨੂੰ ਜੈਂਡਰ ਦੀ, ਜੈਂਡਰ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ, ਦੈਟ ਇਜ਼ ਮੇਲ ਐਂਡ ਫੀਮੇਲ। ਇਹਦੇ ਵਿੱਚ ਹੀ ਵਰਤਿਆ ਜਾਊਗਾ, ਇਹਦੇ ਵਿੱਚ ਸ਼ੀ ਵਰਤਿਆ ਜਾਊਗਾ। ਠੀਕ ਹੈ, ਇਸ ਤੋਂ ਇਲਾਵਾ ਇਹ ਤੇ ਹੋ ਗਏ ਸਬਜੈਕਟਿਵ ਕੇਸ ਦੇ। ਜੇ ਓਬਜੈਕਟਿਵ ਦੇ ਵਿੱਚ ਆ ਤੇ ਮੇਲ ਵਾਸਤੇ ਵਰਤਿਆ ਜਾਂਦਾ ਵਾ ਹਿਮ ਤੇ ਫੀਮੇਲ ਵਾਸਤੇ ਵਰਤਿਆ ਜਾਂਦਾ ਵਾ ਹਰ। ਤੇ ਉਹੀ ਜੇ ਪੋਜੈਸਿਵ ਬਣਾਉਣੇ ਹੋਣ ਤੇ ਇਹਦਾ ਬਣ ਜਾਂਦਾ ਵਾ ਹਿਜ਼ ਤੇ ਇਹਦਾ ਬਣ ਜਾਂਦਾ ਵਾ ਹਰਜ਼। ਠੀਕ ਹੈ, ਸੋ ਪਰਸਨਲ ਪ੍ਰੋਨਾउन ਜੈਂਡਰ ਦੇ ਹਿਸਾਬ ਨਾਲ ਵਰਤੇ ਜਾਣਗੇ।
ਆਫਟਰ ਦੈਟ ਸੈਕਿੰਡ ਜਿਹੜੀ ਚੀਜ਼ ਇਹਨਾਂ ਨੇ ਦਿੱਤੀ ਆ ਨੰਬਰ ਦੀ ਗੱਲ ਕੀਤੀ ਆ ਕਿ ਨੰਬਰ ਕੀ ਹੁੰਦਾ ਵਾ ਬੱਚੇ ਨੰਬਰ ਜਿਹੜਾ ਹੁੰਦਾ ਵਾ ਇਟ ਇਜ਼ ਦੈਟ ਕਾਈਂਡ ਆਫ ਜਿਹਦੇ ਵਿੱਚ ਆਪਾਂ ਗੱਲ ਕਰਦੇ ਆ ਪਲੂਰਲ ਐਂਡ ਸਿੰਗੂਲਰ ਦੀ ਠੀਕ ਹੈ ਪਲੂਰਲ ਦੇ ਵਿੱਚ ਜ਼ਿਆਦਾ ਜਾਣਿਆਂ ਦੀ ਗੱਲ ਹੁੰਦੀ ਆ ਨਹੀਂ ਨੰਬਰ ਵੱਧ ਜਾਂਦਾ ਵਾ ਤੇ ਜਿਹੜਾ ਸਿੰਗੂਲਰ ਹੁੰਦਾ ਉਹਦੇ ਵਿੱਚ ਇੱਕੋ ਜਾਣੇ ਦੀ ਗੱਲ ਹੁੰਦੀ ਆ ਠੀਕ ਹੈ ਅੱਗੇ ਗੱਲ ਕੀਤੀ ਉਹਨਾਂ ਨੇ ਪਰਸਨ ਦੀ ਪਰਸਨ ਦਾ ਕੀ ਹੁੰਦਾ ਆ ਕਿ ਉਹ ਪਹਿਲਾ ਪਰਸਨ ਆ ਸੈਕਿੰਡ ਪਰਸਨ ਆ ਜਾਂ ਫਿਰ ਥਰਡ ਪਰਸਨ ਆ ਠੀਕ ਹੈ ਸੋ ਇਸ ਹਿਸਾਬ ਨਾਲ ਪਰਸਨਲ ਪ੍ਰੋਨਾਉਂਸ ਜਿਹੜੇ ਆ ਉਹ ਜਿਹੜੇ ਵੱਖੋ ਵੱਖਰੇ ਤਰੀਕੇ ਨਾਲ singular nouns are joined by and the personal pronoun is in the plural ਕੀ ਉਹ ਕਹਿੰਦੇ ਕਿ ਜਦੋਂ ਕਹਿੰਦੇ ਕਿ ਦੋ ਸਿੰਗੂਲਰ ਨਾउन्स ਜਿਵੇਂ ਲਲਿਤਾ ਲਤਿਕਾ ਐਂਡ ਵੰਦਨਾ ਇਹ ਅਲੱਗ-ਅਲੱਗ ਆ ਦੋ ਜਾਣੇ ਤੇ ਇਹ ਐਂਡ ਦੀ ਹੈਲਪ ਦੇ ਨਾਲ ਜੋੜੇ ਗਏ ਆ ਕਹਿੰਦੇ ਕਿ ਇਦਾਂ ਦੇ ਕੇਸ ਦੇ ਵਿੱਚ ਕਹਿੰਦੇ ਜਿਹੜਾ ਅੱਗੇ ਜਾ ਕੇ ਤੁਸੀਂ ਇਹਦੇ ਲਈ ਪ੍ਰੋਨਾਉਨ ਯੂਜ਼ ਕਰੋਗੇ ਨਾ ਕਹਿੰਦੇ ਉਹ ਪਲੂਰਲ ਹੋਣਾ ਚਾਹੀਦਾ ਵਾ ਮਤਲਬ ਦੇ ਆਊਗਾ ਠੀਕ ਹੈ ਵੰਦਨਾ ਤੇ ਲਤਿਕਾ ਇਹ ਦੋ ਜਾਣੀਆਂ ਮਿਲ ਕੇ ਪਲੂਰਲ ਬਣਾ ਰਹੀਆਂ ਇਸ ਕਰਕੇ ਆਪਾਂ ਕੀ ਵਰਤਿਆ ਦੇ ਠੀਕ ਹੈ ਥਰਡ ਹੈਗਾ ਪੁਆਇੰਟ ਵੈਨ ਅ ਕਲੈਕਟਿਵ ਨਾउन ਇਜ਼ ਟੇਕਨ ਐਜ਼ ਅ ਹੋਲ ਦ ਪਰਸਨਲ ਪ੍ਰੋਨਾउन ਇਜ਼ ਇਨ ਦਾ ਸਿੰਗੂਲਰ ਕਹਿੰਦੇ ਕਿ ਜਦੋਂ ਕਲੈਕਟਿਵ ਨਾउन ਦੀ ਗੱਲ ਆਉਂਦੀ ਆ ਤੇ ਉਦੋਂ ਵੀ ਅੱਗੇ ਜਾ ਕੇ ਜਿਹੜਾ ਪਰਸਨਲ ਪ੍ਰੋਨਾउन ਯੂਜ਼ ਕਰਨਾ ਉਹ ਤੁਸੀਂ ਸਿੰਗੂਲਰ ਕਰੋਗੇ ਜਿਵੇਂ ਜਿਊਰੀ ਦੀ ਗੱਲ ਕੀਤੀ ਇੱਥੇ ਕੈਬਨਿਟ ਦੀ ਗੱਲ ਕੀਤੀ ਜਿਊਰੀ ਹੁੰਦੀ ਆ ਇੱਕ 5-6 ਜਾਣਿਆਂ ਦਾ ਗਰੁੱਪ ਹੁੰਦਾ ਵਾ ਜਿਹਦੇ ਵਿੱਚ ਜੱਜਿਸ ਬੈਠਦੇ ਆ ਜਾਂ ਬਿਸ਼ਪਸ ਬੈਠਦੇ ਨੂੰ ਜਿਊਰੀ ਕਹਿ ਦਿੰਦੇ ਆ ਮਤਲਬ ਜੱਜ ਕਰਨ ਵਾਲੇ ਜਿਊਰੀ ਕਹਿ ਦਿੰਦੇ ਆਪਾਂ ਉਹਨਾਂ ਨੂੰ ਠੀਕ ਹੈ ਉਹਨਾਂ ਦੇ ਗਰੁੱਪ ਨੂੰ ਕੈਬਨਿਟ ਕੀ ਹੁੰਦਾ ਵਾ ਮੰਤਰੀਆਂ ਦਾ ਇੱਕ ਸਮੂਹ ਠੀਕ ਹੈ ਸੋ ਇਹਨਾਂ ਦੇ ਲਈ ਜਿਹੜਾ ਅੱਗੇ ਜਾ ਕੇ ਇਹਨਾਂ ਨੇ ਪੋਸੈਸਿਵ ਪ੍ਰੋਨਾਉਨ ਯੂਜ਼ ਕੀਤਾ ਵਾ ਉਹ ਯੂਜ਼ ਕੀਤਾ ਵਾ ਇਟਸ ਤੇ ਇਟਸ ਵਰਡਿਕਟ ਇਟਸ ਡਿਸੀਜਨ ਇਟਸ ਵਰਡਿਕਟ ਇਟਸ ਡਿਸੀਜਨ ਠੀਕ ਹੈ ਸੋ ਇਹ ਵਰਤੇ ਇਹਨਾਂ ਨੇ ਅੱਗੇ ਫੋਰਥ ਸੈਂਟੈਂਸ ਹੈਗਾ ਵਾ ਉਹ ਜੋ ਕੀ ਕਹਿ ਰਹੇ ਫੋਰਥ ਪੁਆਇੰਟ ਵਿੱਚ ਕਹਿੰਦੇ ਜਦੋਂ when two singular nouns are joined by and refer to the same person or the thing the pronoun should be singular ਇੱਥੇ ਉਹਨਾਂ ਨੇ ਕਿਹਾ ਵਾ ਕਿ ਜਦੋਂ ਅਲੱਗ-ਅਲੱਗ ਦੋ ਨਾउन ਜਾਂ ਨਾਮ ਜਿਹੜੇ ਆ ਇੱਕੋ ਚੀਜ਼ ਵੱਲ ਇਸ਼ਾਰਾ ਕਰਨਗੇ ਠੀਕ ਹੈ ਤੇ ਉਹ ਇੱਕ ਚੀਜ਼ ਵੱਲ ਜਿਹਦੀ ਵੱਲ ਇਸ਼ਾਰਾ ਕੀਤਾ ਜਾ ਰਿਹਾ ਵਾ ਕਹਿੰਦੇ ਉੱਥੇ ਵੀ ਤੁਸੀਂ ਜਿਹੜਾ ਪ੍ਰੋਨਾउन ਯੂਜ਼ ਕਰੋਗੇ ਉਹ ਕਹਿੰਦੇ ਕਿ ਤੁਸੀਂ ਸਿੰਗੂਲਰ ਹੀ ਰੱਖਣਾ ਵਾ ਠੀਕ ਹੈ ਜਿੱਦਾਂ ਇੱਥੇ ਲਿਖਿਆ ਵਾ ਕਿ ਸੈਕਟਰੀ ਤੇ ਜਿਹੜਾ ਟ੍ਰੈਜਰਰ ਸੀਗਾ ਉਹ ਆਪਣੀ ਸਪੀਚ ਨਾਲ ਇੰਪ੍ਰੈਸ ਨਹੀਂ ਕਰ ਪਾਏ ਸੈਕਟਰੀ ਨੇ ਵੀ ਸਪੀਚ ਦਿੱਤੀ ਟ੍ਰੈਜਰਰ ਨੇ ਵੀ ਸਪੀਚ ਦਿੱਤੀ ਸੋ ਸਪੀਚ ਇੱਕੋ ਚੀਜ਼ ਵੱਲ ਇਸ਼ਾਰਾ ਕੀਤਾ ਗਿਆ ਸੀਗਾ ਇਸ ਕਰਕੇ ਇਹਦੀ ਜਗ੍ਹਾ ਤੇ ਜਿਹੜਾ ਆਇਆ ਉਹ ਕੀ ਆਇਆ ਸੀਗਾ ਹਿਜ਼ ਸਪੀਚ ਠੀਕ ਹੈ ਹਿਜ਼ ਸਪੀਚ then fifth ਹੈਗਾ ਆ when two or more singular nouns joined by and preceded by each or every the pronoun must be singular ਕੀ ਉਹ ਕਹਿ ਰਹੇ ਆ ਕਹਿੰਦੇ ਕਿ ਜਦੋਂ each ਤੇ every word ਜਿਹੜਾ ਵਾ ਨਾउन ਦੇ ਨਾਲ ਵਰਤੇ ਜਾਣਗੇ ਠੀਕ ਹੈ ਤੇ ਕਹਿੰਦੇ ਕਿ ਉਹਨਾਂ ਦੇ ਨਾਲ ਵੀ ਅੱਗੇ ਜਾ ਕੇ ਜਿਹੜਾ ਪੋਸੈਸਿਵ ਪ੍ਰੋਨਾउन ਜਾਂ ਪ੍ਰੋਨਾउन ਯੂਜ਼ ਹੋਣਾ ਵਾ ਕਹਿੰਦੇ ਉਹ ਹਮੇਸ਼ਾ ਸਿੰਗੂਲਰ ਰਹਿਣਾ ਵਾ ਮਤਲਬ ਕਹਿਣ ਦਾ ਜਿੱਦਾਂ ਇੱਥੇ ਕਿਹਾ ਗਿਆ ਹਰ ਟੀਚਰ ਤੇ ਹਰ ਸਟੂਡੈਂਟ ਇਹਨਾਂ ਦੇ ਲਈ ਆਪਾਂ देयर ਵਰਡ ਨਹੀਂ ਯੂਜ਼ ਕਰ ਸਕਦੇ देयर ਕੱਲਾ ਇੱਕ ਇਦਾਂ ਦਾ ਪ੍ਰੋਨਾउन ਪੋਸੈਸਿਵ ਜਿਹੜਾ ਪਲੂਰਲ ਚ ਜਾਂਦਾ ਆ ਸੋ ਸਟੂਡੈਂਟ ਦਾ ਵੀ ਆਪਾਂ ਜੈਂਡਰ ਨਹੀਂ ਵੇਖ ਸਕਦੇ ਟੀਚਰ ਦਾ ਵੀ ਨਹੀਂ ਦੇਖ ਸਕਦੇ ਇਸ ਕਰਕੇ ਇੱਥੇ ਦੋ ਵਰਡ ਯੂਜ਼ ਕੀਤੇ ਗਏ ਆ ਹਿਜ਼ ਵੀ ਲਗਾ ਸਕਦੇ ਹੋ ਤੇ ਹਰ ਵੀ ਲਗਾ ਸਕਦੇ ਹੋ ਕਿਉਂਕਿ ਸਾਨੂੰ ਉਹਨਾਂ ਦੇ ਜੈਂਡਰ ਦਾ ਨਹੀਂ ਪਤਾ ਠੀਕ ਹੈ ਇਸ ਕਰਕੇ ਇਹ ਚੀਜ਼ ਯੂਜ਼ ਕੀਤੀ ਗਈ ਆ ਸਿਕਸਥ ਹੈਗਾ ਆ when two or more nouns are joined by either or neither nor the pronoun is in the singular ਉਹਨਾਂ ਨੇ ਕਿਹਾ ਕਹਿੰਦੇ ਕਿ ਜਦੋਂ ਆਹ ਵਾਲੇ ਕੰਜੰਕਸ਼ਨਸ ਯੂਜ਼ ਹੋਣਗੇ ਇਹ ਵਾਲੇ ਆਈਦਰ ਔਰ ਤੇ ਨਾਈਦਰ ਨੌਰ ਕਹਿੰਦੇ ਉਦੋਂ ਵੀ ਪ੍ਰੋਨਾउन ਸਿੰਗੂਲਰ ਰਹਿਣਾ ਵਾ ਜਿੱਦਾਂ ਇੱਥੇ ਕਿਹਾ ਗਿਆ ਵਾ ਨਾਲਿਨੀ ਤੇ ਦਾਮਿਨੀ ਜਿਹੜੇ ਆ ਨਾਲਿਨੀ ਜਾਂ ਫਿਰ ਦਾਮਿਨੀ ਕਹਿੰਦੇ ਇਹਨਾਂ ਚੋਂ ਇੱਕ ਜਾਣੇ ਨੇ ਆਪਣਾ ਬੈਗ ਗਵਾ ਲਿਆ ਔਰ ਯੂਜ਼ ਹੋਇਆ ਨਾ ਅੱਗੇ ਹੈਗਾ ਨਾਈਦਰ ਨਾਲਿਨੀ ਨੌਰ ਦਾਮਿਨੀ ਹੈਜ਼ ਡਨ ਹਰ ਵਰਕ ਕਹਿੰਦੇ ਨਾ ਤੇ ਨਾਲਿਨੀ ਨੇ ਤੇ ਨਾ ਦਾਮਿਨੀ ਨੇ ਆਪਣਾ ਵਰਕ ਕੀਤਾ ਵਾ ਸੋ ਇੱਥੇ ਵੀ ਸਿੰਗੂਲਰ ਹਰ ਵਰਕ ਯੂਜ਼ ਹੋਇਆ ਇੱਥੇ ਵੀ ਹਰ ਬੈਗ ਸਿੰਗੂਲਰ ਹੀ use ਕੀਤਾ ਗਿਆ ਆ then seventh ਹੈਗਾ ਆ when a singular noun and a plural noun are joined by or neither nor the pronoun is in the plural ਕਹਿੰਦੇ ਕਿ ਸਿੰਗੂਲਰ ਨਾउन ਤੇ ਪਲੂਰਲ ਨਾउन ਜਦੋਂ ਐਂਡ ਦੀ ਹੈਲਪ ਨਾਲ ਜੁੜੇ ਗਏ ਹੋਣ ਤੇ ਕਹਿੰਦੇ ਜਿਹੜਾ ਅੱਗੇ ਜਾ ਕੇ ਇਹਨਾਂ ਲਈ ਪ੍ਰੋਨਾउन ਯੂਜ਼ ਹੋਣਾ ਉਹ ਯੂਜ਼ ਹੋਣਾ ਵਾ ਪਲੂਰਲ ਮਤਲਬ ਉਹ ਕਿਉਂ ਹੋਣਾ ਵਾ ਬੱਚੇ ਜਿੱਦਾਂ ਇੱਥੇ ਗੱਲ ਕੀਤੀ ਗਈ ਆ ਰੋਹਨ ਦੀ ਤੇ ਉਹਦੇ ਦੋਸਤਾਂ ਦੀ ਹੁਣ ਰੋਹਨ ਭਾਵੇਂ ਇੱਕ ਆ ਪਰ ਉਹਦੇ ਦੋਸਤ ਤੇ ਜ਼ਿਆਦੇ ਆ ਨਾ
ਸੋ ਫਿਰ ਆਹ ਚੀਜ਼ ਨੂੰ ਆਪਾਂ ਇਕੱਠਿਆਂ ਲੈ ਕੇ ਜਦੋਂ ਚੱਲਣਾ ਵਾ ਤੇ ਆਪਾਂ ਇਹਨੂੰ ਫਿਰ ਜ਼ਿਆਦਿਆਂ ਦੇ ਵਿੱਚ ਹੀ ਰੱਖਾਂਗੇ, ਯਾਨੀ ਪਲੂਰਲ ਰੱਖਾਂਗੇ। ਸੋ ਉਹਨਾਂ ਨੇ ਕੀ ਕਿਹਾ ਫਿਰ ਅੱਗੇ, ਇਹਦਾ ਕੀ ਬਣ ਕੀ ਰਿਹਾ ਸੀਗਾ, ਕਹਿੰਦੇ ਕਿ ਨਾ ਰੋਹਨ ਤੇ ਨਾ ਉਹਦੇ ਦੋਸਤ ਉਹਨੂੰ ਆਪਣਾ ਫਾਲਟ ਐਡਮਿਟ ਕਰ ਰਹੇ ਆ। ਸੋ ਇਸ ਕਰਕੇ ਇੱਥੇ ਆਇਆ ਵਾ ਪਲੂਰਲ ਪ੍ਰੋਨਾਉਨ ਯਾਨੀ देयर। ਠੀਕ ਹੈ। ਇਸ ਤੋਂ ਬਾਅਦ 8th ਹੈਗਾ ਸੈਂਟੈਂਸ। 8th ਦੇ ਪੁਆਇੰਟ ਜਿਹੜਾ ਵਾ ਨਾ ਉਹ ਚੋਂ ਕੀ ਕਹਿ ਰਹੇ ਆ, ਕਹਿੰਦੇ ਕਿ ਜਦੋਂ ਪ੍ਰੋਨਾਉਨ ਜਿਹੜਾ ਵਾ ਜ਼ਿਆਦੇ ਨਾਉਨ ਤੇ ਪ੍ਰੋਨਾਉਨ ਨੂੰ ਕਹਿੰਦੇ ਕਿ ਰੈਫਰ ਕਰਦਾ ਵਾ, ਇਸ਼ਾਰਾ ਕਰਦਾ ਉਹਨਾਂ ਵੱਲ, ਕਹਿੰਦੇ ਉਹ ਕਹਿੰਦੇ ਡਿਫਰੈਂਟ ਪਰਸਨਸ ਦੇ ਹੋ ਸਕਦੇ ਆ। ਤੇ ਇਹਦੇ ਵਿੱਚ ਉਹਨਾਂ ਨੇ ਹੁਣ ਜਿੱਦਾਂ ਇੱਥੇ she and I have completed a work, ਹੁਣ ਇੱਥੇ ਅਲੱਗ-ਅਲੱਗ ਜਾਣੇ ਆ। ਠੀਕ ਹੈ, ਬਟ ਇਹਨਾਂ ਦੇ ਪਰਸਨ ਅਲੱਗ-ਅਲੱਗ ਵਾ ਨਾ, she ਤੀਸਰਾ ਪਰਸਨ ਆ ਤੇ I ਜਿਹੜਾ ਉਹ ਫਸਟ ਪਰਸਨ ਆ। ਕਹਿੰਦੇ ਇਦਾਂ ਦੇ ਕੇਸ ਵਿੱਚ ਇਹਨਾਂ ਨੂੰ ਤੁਸੀਂ ਪਲੂਰਲ ਰੱਖੋ, ਮਤਲਬ she ਤੇ I। ਕਹਿੰਦੇ ਇਹਨਾਂ ਨੇ ਕਹਿੰਦੇ ਉਸਨੇ ਤੇ ਮੈਂ ਆਪਣਾ ਕੰਮ ਅਸੀਂ ਨਹੀਂ ਕੀਤਾ, ਸਾਡਾ ਕੰਮ ਸੀਗਾ, ਇਸ ਕਰਕੇ ਇੱਥੇ ਪਲੂਰਲ ਆਇਆ ਯਾਨੀ ਅਵਰ ਆਇਆ। ਅਵਰ ਜਿਹੜਾ ਪਲੂਰਲ ਵਿੱਚ ਜਾਂਦਾ ਜੇ। ਠੀਕ ਹੈ। ਅੱਗੇ ਹੈਗਾ ਰੌਕਸੀ ਐਂਡ ਯੂ ਹੈਵ ਲੋਸਟ ਯੋਰ ਚਾਂਸ। ਇੱਥੇ ਵੀ ਉਹੀ ਗੱਲ ਵਾ, ਰੌਕਸੀ ਤੀਸਰਾ ਪਰਸਨ ਆ ਤੇ ਯੂ ਜਿਹੜਾ ਵਾ ਉਹ ਸੈਕਿੰਡ ਪਰਸਨ ਆ। ਕਹਿੰਦੇ ਕਿ ਰੌਕਸੀ ਨੇ ਤੇ ਤੁਸੀਂ ਆਪਣਾ ਚਾਂਸ ਗਵਾ ਚੁੱਕੇ ਹੋ। ਅਗੇਨ ਯੂਅਰ ਜਿਹੜਾ ਵਾ ਉਹ ਉਹਦੇ 'ਚ ਜਾ ਰਿਹਾ ਆ, ਪਲੂਰਲ ਵਿੱਚ ਜਾ ਰਿਹਾ ਕਿ ਤੁਸੀਂ ਦੋਵੇਂ ਆਪਣਾ ਚਾਂਸ ਗਵਾ ਚੁੱਕੇ ਹੋ। ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜੇ ਆ ਇਹ ਹੈਗਾ ਸੀ ਅਗਰੀਮੈਂਟ ਵਿਦ ਦਾ ਨਾਉਨ, ਕਿ ਨਾਉਨ ਕਿਸ ਹਿਸਾਬ ਦਾ ਵਾ ਤੇ ਉਸ ਦੇ ਹਿਸਾਬ ਨਾਲ ਤੁਸੀਂ ਕਿਹੜਾ ਪ੍ਰੋਨਾਉਨ ਉਹਦੀ ਜਗ੍ਹਾ ਤੇ ਯੂਜ਼ ਕਰੋਗੇ। ਠੀਕ ਹੈ। ਦੈਨ ਸੈਕਿੰਡ ਪੇਜ, ਇਹਦੇ ਵਿੱਚ ਬੱਚੇ ਉਹਨਾਂ ਨੇ 9th ਪੁਆਇੰਟ ਜਿਹੜਾ ਡਿਸਕਸ ਕੀਤਾ ਆ। 9th ਵਿੱਚ ਉਹ ਕੀ ਕਹਿ ਰਿਹਾ, ਕਹਿੰਦੇ ਆਫਟਰ ਦ ਕੰਜੰਕਸ਼ਨ ਦੈਨ the object forms are often used in colloquial means informal style। ਉਹਨਾਂ ਨੇ ਕਿਹਾ ਵਾ, ਕਹਿੰਦੇ ਕਿ ਕਈ ਵਾਰੀ ਸੈਂਟੈਂਸ ਦੇ ਵਿੱਚ ਜਦੋਂ ਦੈਨ ਆ ਜਾਂਦਾ ਵਾ ਨਾ, ਤੇ ਕਹਿੰਦੇ ਕਿ ਉਹਦੇ ਵਿੱਚ ਜਿਹੜੀਆਂ ਅੱਗੇ ਜਾ ਕੇ ਜਿਹੜੀਆਂ ਇਹਦੀਆਂ ਬੀ ਫਾਰਮਸ ਹੁੰਦੀਆਂ ਵਾ ਨਾ, ਬੀ ਫਾਰਮ ਦਾ ਮਤਲਬ ਹੁੰਦਾ ਇਜ਼ ਐਮ ਆਰ, ਵਾਜ਼ ਵਰ, ਬੀ, ਬੀਂਗ ਤੇ ਬੀਨ। ਠੀਕ ਹੈ। ਇਹ ਵਾਲੇ ਵਰਡਸ ਕਹਿੰਦੇ ਇਹ ਵਾਲੇ ਯੂਜ਼ ਕੀਤੇ ਜਾਂਦੇ ਆ। ਠੀਕ ਹੈ। ਹੁਣ ਜਿੱਦਾਂ ਆਹ ਵਾਲਾ ਸੈਂਟੈਂਸ ਆ, she is 5 years older than me। ਹੁਣ ਇੱਥੇ ਇਹਨਾਂ ਨੇ ਲਿਖਿਆ ਵਾ than me। ਹੁਣ ਇਹ me ਨੂੰ ਲੈ ਕੇ ਜਾ ਸਕਦੇ ਹੋ ਤੁਸੀਂ I am ਦੇ ਵਿੱਚ ਲੈ ਕੇ ਜਾ ਸਕਦੇ ਆ ਨਾ। ਸੋ ਇੱਥੇ than ਦਾ as it is than ਲਿਖਣਾ। ਆਹ ਵਾਲਾ ਜਿਹੜਾ ਵਾ ਨਾ ਇਹ ਕੋਲੋਕੀਅਲ ਸਟਾਈਲ ਹੁੰਦਾ ਆ। ਠੀਕ ਹੈ। ਤੇ ਇਸ ਤਰੀਕੇ ਨਾਲ ਇਹਨੂੰ ਯੂਜ਼ ਕੀਤਾ ਵਾ ਇਹਨਾਂ ਨੇ। ਹੁਣ ਅਗਲਾ ਜਿਹੜਾ ਸੈਂਟੈਂਸ ਆ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਵਾ, than ਦੀ ਜਗ੍ਹਾ ਤੇ ਇੱਥੇ us ਲਿਖਿਆ ਸੀਗਾ, us ਨੂੰ we ਦੇ ਵਿੱਚ ਕਨਵਰਟ ਆਪਾਂ ਕਰ ਦਿੰਦੇ ਆ ਨਾ, ਯਾਨੀ ਇੱਥੇ ਆ ਗਿਆ we। ਤੇ ਇਹ ਚੀਜ਼ ਵੇਖ ਲੈਣੀ ਆ ਕਿ ਇੱਥੇ ਹੈਲਪਿੰਗ ਵਰਬ ਕਿਹੜੀ ਯੂਜ਼ ਹੋਈ, she is ਸੀਗਾ ਤੇ they are ਸੀਗਾ। ਸੋ ਇੱਥੇ ਉਹੀ ਹੈਲਪਿੰਗ ਵਰਬ ਅੱਗੇ ਲਿਖੋਗੇ। ਸੋ then we are, ਆਹੀ ਆ ਗਿਆ ਨਾ। ਸੈਂਟੈਂਸ ਵਿੱਚ ਕੀ ਆ ਲਿਖਿਆ ਹੋਇਆ, she is 5 years older than me ਤੇ me ਦੀ ਜਗ੍ਹਾ ਤੇ ਤੁਸੀਂ ਲਿਖ ਦਿਓ I am। they are poorer than us, ਇਹਦੀ ਜਗ੍ਹਾ ਤੇ ਆ ਗਿਆ then we are। ਠੀਕ ਹੈ। ਅੱਗੇ ਹੈਗਾ ਆ ਬੱਚੇ ਪਰਸਨਲ ਪ੍ਰੋਨਾਉਨ। ਪਰਸਨਲ ਪ੍ਰੋਨਾਉਨ ਉਹਨਾਂ ਨੇ ਕੀ ਕਿਹਾ ਆ, ਕਹਿੰਦੇ there are 3 persons, first person, second person and third person। 3 ਤਰ੍ਹਾਂ ਦੇ ਕਹਿੰਦੇ ਪਰਸਨ ਹੁੰਦੇ ਆ। ਜਿਹੜਾ ਪਹਿਲਾ ਪਰਸਨ ਹੁੰਦਾ ਵਾ ਕਹਿੰਦੇ ਉਹ ਜਿਹੜਾ ਗੱਲ ਕਰ ਰਿਹਾ ਹੁੰਦਾ ਵਾ, ਸੈਕਿੰਡ ਪਰਸਨ ਹੁੰਦਾ ਵਾ ਜਿਹਦੇ ਨਾਲ ਗੱਲ ਕੀਤੀ ਜਾਵੇ, ਤੇ ਤੀਸਰਾ ਪਰਸਨ ਹੁੰਦਾ ਵਾ ਜਿਹਦੇ ਬਾਰੇ ਗੱਲ ਹੋ ਰਹੀ ਹੁੰਦੀ ਆ। ਠੀਕ ਹੈ। ਸੋ ਇਹ ਵਾਲੀਆਂ ਲਿਖੀਆਂ ਹੋਈਆਂ ਫਸਟ ਪਰਸਨ ਦੇ ਵਿੱਚ ਤੁਹਾਡੇ we, I ਤੇ we। ਠੀਕ ਹੈ। I we ਆ ਗਏ।
ਦੈਨ ਸੈਕਿੰਡ ਪਰਸਨ ਦੇ ਵਿੱਚ ਆ ਗਿਆ ਤੁਹਾਡਾ ਯੂ, ਸੈਕਿੰਡ ਪਰਸਨ ਚ ਆ ਗਿਆ ਤੁਹਾਡਾ ਯੂ, ਤੇ ਥਰਡ ਪਰਸਨ ਦੇ ਵਿੱਚ ਆ ਗਿਆ ਹੀ, ਸ਼ੀ, ਦੇ ਤੇ ਇਟ। ਠੀਕ ਹੈ, ਪਹਿਲਾ ਪਰਸਨ ਜਿਹੜਾ ਜਿੱਦਾਂ ਹੁਣ ਸਾਡੇ ਦੋਵਾਂ ਵਿਚਕਾਰ ਕਮਿਊਨੀਕੇਸ਼ਨ ਹੋ ਰਹੀ ਆ, ਮੈਂ ਸਟੂਡੈਂਟਸ ਨਾਲ ਗੱਲ ਕਰ ਰਹੀ ਹਾਂ, ਬੋਲਣ ਵਾਲਾ ਇਨਸਾਨ ਯਾਨੀ ਕਿ ਟੀਚਰ ਤੁਹਾਡਾ ਹੋ ਗਿਆ ਸਪੀਕਰ, ਤੁਸੀਂ ਸੁਣਨ ਵਾਲੇ ਹੋ, ਤੁਸੀਂ ਹੋ ਸੈਕਿੰਡ ਪਰਸਨ, ਤੇ ਜਿਹਦੇ ਬਾਰੇ ਮੈਂ ਗੱਲ ਕਰ ਰਹੀ ਹਾਂ ਉਹ ਹੈਗਾ ਸਾਡੇ ਲਈ ਥਰਡ ਪਰਸਨ। ਠੀਕ ਹੈ, ਸੋ ਫਸਟ ਪਰਸਨ ਚ ਆਈ ਵੀ ਆ ਜਾਂਦੇ ਆ, ਸੈਕਿੰਡ ਪਰਸਨ ਚ ਯੂ ਆ ਜਾਂਦਾ। ਯੂ ਦੀ ਇੱਕ ਪੈਕੂਲੈਰਿਟੀ ਬੱਚੇ ਇਹ ਆ, ਇਹ ਚ ਅਨੋਖੀ ਗੱਲ ਇਹ ਆ ਕਿ ਯੂ ਜਿਹੜਾ ਵਾ ਇੱਕ ਜਾਣੇ ਲਈ ਵੀ ਤੇ ਜ਼ਿਆਦਾ ਜਾਣਿਆਂ ਲਈ ਵੀ ਵਰਤਿਆ ਜਾਂਦਾ ਆ। ਠੀਕ ਹੈ, ਸੋ ਇਹ ਧਿਆਨ ਚ ਰੱਖਿਓ। ਤੇ ਤੀਸਰਾ ਪਰਸਨ ਜਿਹੜਾ ਵਾ ਉਹ ਹੀ, ਸ਼ੀ, ਇਟ ਤੇ ਦੇ ਹੁੰਦੇ। ਹਾਂ, ਕਿਸੇ ਦਾ ਨਾਮ ਵੀ ਹੋਵੇ ਉਹ ਵੀ ਤੀਸਰੇ ਪਰਸਨ ਵਿੱਚ ਹੀ ਜਾਂਦਾ, ਜਿਹੜਾ ਇਹਨਾਂ ਨੇ ਲਿਖਿਆ ਨਹੀਂ ਆ। ਉਹ ਇੱਥੇ ਇਹਨਾਂ ਨੇ ਕਿਉਂ ਨਹੀਂ ਲਿਖਿਆ, ਕਿਉਂਕਿ ਪ੍ਰੋਨਾਊਨ ਪੜ੍ਹ ਰਹੇ ਆ ਤੇ ਉਹ ਚ ਨਾਊਨ ਦਾ ਫਿਰ ਕੋਈ ਕੰਮ ਨਹੀਂ ਹੈਗਾ। ਠੀਕ ਹੈ, ਅੱਗੇ ਉਹਨਾਂ ਨੇ ਬੱਚੇ ਟੇਬਲ ਦਿੱਤਾ ਹੋਇਆ ਆ, ਟੇਬਲ ਦੇ ਵਿੱਚ ਪਹਿਲਾ ਜਿਹੜਾ ਦਿੱਤਾ ਹੋਇਆ ਉਹ ਉਹਨਾਂ ਨੇ ਦਿੱਤਾ ਸਬਜੈਕਟਿਵ ਕੇਸ। ਸਬਜੈਕਟਿਵ ਕੇਸ ਮਤਲਬ ਆਹ ਵਾਲੀਆਂ ਜਿੰਨੇ ਵੀ ਲਿਖੇ ਆ ਨਾ, ਇਹ ਲਗਭਗ ਸੈਂਟੈਂਸ ਦੇ ਸਟਾਰਟਿੰਗ ਵਿੱਚ ਲਿਖੇ ਜਾਂਦੇ ਆ, ਆਈ, ਵੀ, ਯੂ, ਹੀ, ਸ਼ੀ ਤੇ ਦੇ। ਇਹ ਹੈਗਾ ਵਾ ਆਬਜੈਕਟਿਵ ਕੇਸ ਵਾਲਾ ਬਾਕਸ। ਆਬਜੈਕਟਿਵ ਕੇਸ ਵਿੱਚ ਸੈਂਟੈਂਸ ਦੇ ਐਂਡ ਵਿੱਚ ਲਿਖਿਆ ਜਾਂਦਾ ਆਬਜੈਕਟ, ਯਾਨੀ ਮੀ, ਅਸ, ਯੂ, ਹਿਮ, ਹਰ ਤੇ ਦੈਮ। ਆਈ ਦਾ ਮੀ ਬਣ ਜਾਂਦਾ, ਵੀ ਦਾ ਅਸ, ਯੂ ਦਾ ਯੂ ਹੀ ਰਹਿੰਦਾ ਵਾ। ਫਿਰ ਪੋਜੈਸਿਵ ਕੇਸ ਜਿਹੜਾ ਵਾ, ਪੋਜੈਸਿਵ ਕੇਸ ਦੇ ਵਿੱਚ ਕੀ ਗੱਲ ਕੀਤੀ ਗਈ ਆ ਕਿ ਕਿਹੜੀ ਚੀਜ਼ ਕਿਹਨੂੰ ਬਿਲੋਂਗ ਕਰਦੀ ਆ। ਠੀਕ ਹੈ, ਮਾਈਨ ਜਿਹੜਾ ਵਾ ਮੇਰਾ, ਅਵਰਜ਼ ਸਾਡਾ, ਯੋਰਜ਼ ਤੁਹਾਡਾ, ਹਿਜ਼ ਉਸਦਾ, ਹਰਜ਼ ਉਸਦਾ, ਦੇਅਰਜ਼ ਉਸਦਾ। ਇਹ ਤਿੰਨਾਂ ਦਾ ਮਤਲਬ ਹੁੰਦਾ ਵਾ ਉਸਦਾ, ਤੇ ਇਹਨਾਂ 'ਚ ਫਰਕ ਕੀ ਪੈ ਜਾਂਦਾ ਬਸ, ਹਿਜ਼ ਮੇਲ ਵਾਸਤੇ, ਹਰ ਫੀਮੇਲ ਵਾਸਤੇ, ਤੇ ਦੇਅਰ ਜ਼ਿਆਦਾ ਜਾਣਿਆਂ ਲਈ ਵਰਤਿਆ ਜਾਂਦਾ ਆ। ਠੀਕ ਹੈ, ਇਹਨਾਂ ਕੁ ਇਹਦੇ 'ਚ ਫਰਕ ਆ। ਹੁਣ ਇੱਥੇ ਨਾ ਇੱਕ ਵਰਡ ਹੈਗਾ ਸੀ ਮਾਈਨ, ਜਿਹੜਾ ਇਹ ਵਾਲਾ ਵਰਡ ਆ ਨਾ ਇਹ ਲਗਭਗ ਸੈਂਟੈਂਸ ਦੇ ਐਂਡ ਵਿੱਚ ਜਾਂਦਾ ਆ। ਜਿੱਦਾਂ ਹੁਣ ਮੈਂ ਲਿਖਦਾ ਦਿਸ ਪੈਨ ਇਜ਼ ਮਾਈਨ। ਠੀਕ ਹੈ, ਤੇ ਇਹਦੀ ਜਗ੍ਹਾ ਤੇ ਮਾਈ ਵਰਡ ਵੀ ਯੂਜ਼ ਹੁੰਦਾ, ਜਿੱਦਾਂ ਆਪਾਂ ਮੇਰਾ ਕਹਿ ਦਿੰਦੇ ਆ। ਠੀਕ ਹੈ, ਇਹਨੂੰ ਏਦਾਂ ਵੀ ਲਿਖ ਸਕਦੇ ਆ ਨਾ ਆਪਾਂ, ਦਿਸ ਇਜ਼ ਮਾਈ ਪੈਨ, ਯਾਨੀ ਕਿ ਇਹ ਮਾਈ ਵਰਡ ਨਾਉਨ ਤੋਂ ਪਹਿਲਾਂ ਲਿਖਿਆ ਜਾਂਦਾ ਆ, ਤੇ ਕੱਲਾ ਮਾਈਨ ਜਿਹੜਾ ਵਾ ਉਹ ਸੈਂਟੈਂਸ ਦੇ ਐਂਡ ਤੇ ਚਲਿਆ ਜਾਂਦਾ ਤੇ ਹੈਲਪਿੰਗ ਵਰਬ ਤੋਂ ਬਾਅਦ ਵਿੱਚ ਆਏਗਾ। ਠੀਕ ਹੈ, ਇਸ ਤਰੀਕੇ ਨਾਲ ਇਹ ਦੋ ਜਿਹੜੇ ਵਰਡਸ ਆ ਇਹ ਯੂਜ਼ ਹੁੰਦੇ ਆ। ਬਾਕੀ ਪੋਜੈਸਿਵ ਦੇ ਵਿੱਚ ਜ਼ਿਆਦਾਤਰ ਜਿਹੜਾ ਵਰਤਿਆ ਜਾਂਦਾ ਵਾ ਉਹ ਮਾਈਨ ਹੀ ਵਰਤਿਆ ਜਾਏਗਾ ਜੇ ਆਬਜੈਕਟ ਦੀ ਗੱਲ ਆ। ਇਸ ਤੋਂ ਬਾਅਦ ਵਿੱਚ ਇਹ ਵਾਲੀ ਜਿਹੜੀ ਹੈਗੀ ਟਾਈਪ, ਇਹ ਰਿਫਲੈਕਸਿਵ ਪ੍ਰੋਨਾਊਨਸ ਦੀ ਆ, ਜਿਸ 'ਚ ਮਾਈ ਸੈਲਫ, ਮਾਈ ਦਾ ਮਾਈ ਤੋਂ ਮਾਈ ਸੈਲਫ ਬਣ ਗਿਆ, ਅਵਰ ਤੋਂ ਆਵਰ ਸੈਲਫ, ਯੋਰ ਸੈਲਫ, ਯੋਰ ਸੈਲਵਸ। ਆਹ ਦੋ ਵਰਡਸ ਜਿਹੜੇ ਆ ਨਾ ਇਹਨਾਂ 'ਚ ਫਰਕ ਕੀ ਆ ਕਿ ਜਿਹੜਾ ਕੱਲਾ ਸੈਲਫ ਵਾਲਾ ਹੁੰਦਾ ਵਾ ਇਹ ਸਿੰਗੂਲਰ ਵਾਸਤੇ ਹੁੰਦਾ, ਜਿਹੜਾ ਯੋਰ ਸੈਲਵਸ ਹੁੰਦਾ ਇਹ ਹੁੰਦਾ ਵਾ ਜ਼ਿਆਦਾ ਜਾਣਿਆਂ ਲਈ, VES ਜਿੱਥੇ ਲੱਗੇ ਉਹ ਪਲੂਰਲ ਵਿੱਚ ਜਾਏਗਾ। ਠੀਕ ਹੈ, ਹਿਮਸੈਲਫ ਮੇਲ ਵਾਸਤੇ, ਹਰ ਸੈਲਫ ਫੀਮੇਲ ਵਾਸਤੇ, ਦੈਮ ਸੈਲਫ ਜਿਹੜਾ ਵਰਤਿਆ ਜਾਂਦਾ ਵਾ ਉਹ ਜ਼ਿਆਦਾ ਜਾਣਿਆਂ ਲਈ ਵਰਤਿਆ ਜਾਂਦਾ ਆ। ਠੀਕ ਹੈ, ਸੋ ਸਟੂਡੈਂਟਸ ਇਹ ਸੀਗਾ ਤੁਹਾਡਾ ਪਰਸਨਲ ਪ੍ਰੋਨਾਊਨ, ਤੇ ਪ੍ਰੋਨਾਊਨ ਦੀ ਜਿਹੜੀ ਆਪਾਂ ਇੰਟਰੋਡਕਸ਼ਨ ਡਿਸਕਸ ਕੀਤੀ ਹੈ। ਬਾਕੀ ਜਿਹੜੀ ਟਾਈਪ ਹੈਗੀ ਆ ਉਹ ਆਪਾਂ ਡਿਸਕਸ ਕਰਾਂਗੇ ਕੱਲ। ਠੀਕ ਹੈ, ਆਪਣੀ ਤੁਸੀਂ ਅਟੈਂਡੈਂਸ ਜਿਹੜੀ ਆ ਉਹ ਸੈਂਡ ਕਰ